ਦੋਸਤੋ स्वागत है तुहाडा। मैं गुरमुख सिंह बारिया फतेह अर्ज करदा। वाहिगुरू जी का खालसा वाहिगुरू जी की फतेह। पेश आ अज एक अहम विषय ते विचार वटांदरा। जिस विषय की चर्चा आम अखबारां च मीडिया च कोर्टां च सेंटर गवर्नमेंट दे कैबिनेट दे विच स्टेटां दी जिहड़ी विधान सभा उहदे विच हुंदी रहिंदी आ ਅਤੇ ਇਹ ਵਿਸ਼ਾ ਕਿਸਾਨਾਂ ਦੇ ਨਾਲ ਸਿੱਧੇ ਤੌਰ ਤੇ ਸੰਬੰਧ ਰੱਖਦਾ। ਪੰਜਾਬ ਦੀ ਕਿਸਾਨੀ ਨਾਲ ਜਿੰਨੇ ਭਾਰਤ ਦੇ ਖਾਸ ਕਰਕੇ ਰੈੱਡ ਜ਼ੋਨ ਦੇ ਵਿੱਚ ਆਉਂਦੇ ਆ, ਰਾਜਸਥਾਨ ਹਰਿਆਣਾ ਯੂਪੀ ਦੇ ਕਿਸਾਨਾਂ ਦੇ ਨਾਲ ਸੰਬੰਧਿਤ ਹੈਗਾ ਆ। ਸਾਡੀ ਧਰਤੀ ਦੇ ਨਾਲ ਵਾਤਾਵਰਨ ਦੇ ਨਾਲ ਇਹ ਸੰਬੰਧਿਤ ਹੈਗਾ। ਜਿਹੜਾ ਜੇ ਮੈਂ ਗੱਲ ਕਰਾਂ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਦਾ ਜਿਹੜਾ ਰੈਸਟ ਹੈਗਾ ਆ, ਜਿਹਨੂੰ ਆਪਾਂ ਪੰਜਾਬੀ 'ਚ ਸ਼ਬਦਾਂ 'ਚ ਸੰਖੇਪ ਜਿਹੜਾ ਸਾਫ਼ ਸ਼ਬਦਾਂ 'ਚ ਇਹ ਕਹਿ ਸਕਦੇ ਹਾਂ, ਕਣਕ ਦਾ ਨਾੜ ਤੇ ਝੋਨੇ ਦੀ ਜਿਹੜਾ ਪਰਾਲੀ ਜੇ ਆਪਾਂ ਕਹਿ ਲਈਏ ਉਹਨੂੰ ਅੱਗ ਲੰਬੇ ਸਮੇਂ ਤੋਂ ਲਗਾਈ ਜਾ ਰਹੀ ਆ। ਕਿਸੇ ਸਮੇਂ ਇਹ ਚੇਤਨਾ ਨਹੀਂ ਸੀ ਆਮ ਲੋਕਾਂ ਦੇ ਵਿੱਚ, ਸਰਕਾਰਾਂ ਦਾ ਵੀ ਇਸ ਪਾਸੇ ਕੋਈ ਧਿਆਨ ਨਹੀਂ ਸੀ, ਲੇਕਿਨ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਇਹ ਅੱਗ ਲਗਾਈ ਜਾਂਦੀ ਸੀ ਅਣਜਾਣੇ ਦੇ ਵਿੱਚ ਉਸ ਸਮੇਂ ਦੇ ਉੱਤੇ। ਸੋ ਸਮਾਂ ਪਿਆ ਇਹ ਗੱਲ ਸਾਹਮਣੇ ਆਈ ਕਿ ਇਹ ਬੜੀ ਖਤਰਨਾਕ ਚੀਜ਼ ਹੈਗੀ ਆ, ਵਾਤਾਵਰਨ ਦੇ ਵਾਸਤੇ ਇਹ ਬੜੀ ਘਾਤਕ ਚੀਜ਼ ਹੈਗੀ ਆ। ਜਿਵੇਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੀ ਹਰਿਆਲੀ, ਸਮੁੱਚੇ ਜਿਹੜੇ ਦਰਖਤ ਹੈਗੇ ਆ, ਘਾਹ ਹੈਗਾ ਆ, ਇਸ ਤੋਂ ਇਲਾਵਾ ਪਾਣੀ, ਜੀਵ ਜੰਤੂ, ਇਹਨਾਂ ਸਾਰਿਆਂ ਦਾ ਨੁਕਸਾਨ ਜਿਹੜਾ ਬੜੀ ਵੱਡੀ ਪੱਧਰ ਤੇ ਹੋ ਰਿਹਾ। ਜਿਹੜੀ ਬੰਜਰ ਜ਼ਮੀਨ ਬਣ ਰਹੀ ਹੈ ਲਗਾਤਾਰ ਅੱਗ ਲਗਾਉਣ ਦੇ ਨਾਲ, ਇਹਦੇ ਉੱਪਰ 2 ਮਿੰਟ ਅਸੀਂ ਵਿਚਾਰ ਇਹ ਕਰਾਂਗੇ ਕਿ ਅਸਲ ਦੇ ਵਿੱਚ ਇਸ ਸਮੱਸਿਆ ਦਾ ਹੱਲ ਨਿਕਲ ਕਿਉਂ ਨਹੀਂ ਰਿਹਾ, ਕਿ ਆਖਰਕਾਰ ਉਹ ਕਿਹੜੇ ਫੈਕਟਰ ਹੈਗੇ ਆ ਕਿ ਗੌਰਮੈਂਟਾਂ ਕਾਨੂੰਨ ਲਾਗੂ ਕਰ ਰਹੀਆਂ, ਕੋਰਟਾਂ ਆਪਣੇ ਆਦੇਸ਼ ਜਾਰੀ ਕਰ ਰਹੀਆਂ, ਟ੍ਰਿਬਿਊਨਲ ਜਿਹੜੇ ਹੈਗੇ ਆਪਣੇ ਐਡਵਾਈਜ਼ਰੀ ਜਾਰੀ ਕਰ ਰਹੇ ਹੈਗੇ ਆ, ਵੱਖ-ਵੱਖ ਜਿਹੜੇ ਮਾਹਰ ਹੈਗੇ ਆਪਣੀ ਰਾਏ ਦੇ ਰਿਹਾ, ਲੇਕਿਨ ਆਖਰਕਾਰ ਮਸਲਾ ਉੱਥੇ ਦਾ ਉੱਥੇ ਕਿਉਂ ਖੜਾ ਹੈਗਾ? ਕਿਉਂਕਿ ਕਿਸਾਨਾਂ ਦੇ ਉੱਪਰ ਲਗਾਤਾਰ ਜੇ ਮੈਂ ਕਹਾਂ ਕਿ ਉਹਨਾਂ ਦੇ ਪਰਚੇ ਵੀ ਦਰਜ ਕੀਤੇ ਗਏ ਆ, ਈਵਨ 1 ਕਰੋੜ ਤੱਕ ਦਾ ਜੁਰਮਾਨਾ ਜਿਹੜਾ ਉਹਨਾਂ ਨੂੰ ਕਿਸਾਨਾਂ ਨੂੰ ਲਗਾਉਣ ਦੀ ਗੱਲ ਵੀ ਕੀਤੀ ਗਈ ਸੀ, 5 ਸਾਲ ਦੀ ਸਜ਼ਾ ਜਿਹੜੀ ਉਹ ਕਰਨ ਦੀ ਗੱਲ ਕੀਤੀ ਗਈ ਸੀ। ਲੇਕਿਨ ਕਿਸਾਨਾਂ ਵੱਲੋਂ ਇਸ ਫੈਸਲੇ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਆ। ਆਖਰਕਾਰ ਉਹ ਕਿਹੜੇ ਫੈਕਟਰ ਹੈਗੇ ਆ ਜਿਹਦੀ ਵਜ੍ਹਾ ਕਰਕੇ ਇਹ ਗੱਲ ਹੋਣੀ ਚਾਹੀਦੀ ਆ? ਅਸੀਂ ਖੁਦ ਵੀ ਸਾਡੀ ਰਾਏ ਹੈਗੀ ਆ ਐਜ ਏ ਜਰਨਲਿਸਟ ਤੇ ਐਜ ਏ ਪੰਜਾਬੀ ਇਨਸਾਨ, ਜਾਂ ਅਸੀਂ ਹੋਣ ਦੇ ਨਾਤੇ ਇਹ ਗੱਲ ਦਮ ਭਰਾਂਗੇ ਅਸੀਂ ਕਿ ਸਾਡੇ ਪੰਜਾਬ ਦੇ ਵਿੱਚ ਇਹ ਅੱਗਾਂ ਲੱਗਣੀਆਂ। ਸਮੁੱਚੇ ਜਿਹੜੇ ਭਾਰਤ ਦੇ ਜਿਹੜੇ ਕਿਸਾਨ ਹੈਗੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ, ਲੇਕਿਨ ਇਹ ਵਰਤਾਰਾ ਵੈਸੇ ਰੁਕਣਾ ਚਾਹੀਦਾ ਆ। ਲੇਕਿਨ ਇਹ ਰੁਕ ਕਿਉਂ ਨਹੀਂ ਰਿਹਾ? ਕਿੱਥੇ ਕਿਸਾਨ ਸਹੀ ਹੈਗੇ ਆ, ਕਿੱਥੇ ਉਹਨਾਂ ਦਾ ਪੱਖ ਹੈਗਾ, ਕੀ ਹੈਗਾ ਆ? ਸਰਕਾਰਾਂ ਨੇ ਹੁਣ ਤੱਕ ਕੀ ਕੀਤਾ? ਇਹ ਗੱਲਾਂ ਸਾਰੀਆਂ ਵਿਚਾਰਨਯੋਗ ਹੈਗੀਆਂ, ਕਿਉਂਕਿ ਲਗਾਤਾਰ ਫਸਲਾਂ ਨੂੰ ਅੱਗ ਜਿਹੜੀ ਉਹ ਲਗਾਈ, ਜਿਹੜੀ ਫਸਲਾਂ ਦੇ ਨਾੜ ਨੂੰ ਅੱਗ ਲਗਾਈ ਜਾਂਦੀ ਆ, ਉਹ ਵਰਤਾਰਾ ਰੁਕ ਨਹੀਂ ਰਿਹਾ, ਕਿਸੇ ਤਰ੍ਹਾਂ ਵੀ ਨਹੀਂ ਰੁਕਿਆ ਹਾਲੇ ਤੱਕ। ਫਿਰ ਅੱਜ ਇਸ ਸੀਜ਼ਨ ਦੇ ਦਰਮਿਆਨ ਵੀ ਵੱਡੀ ਪੱਧਰ ਤੇ ਅੱਗਾਂ ਲੱਗੀਆਂ ਨੇ। ਬਹੁਤ ਸਾਰੀਆਂ ਇਹਦੇ ਨਾਲ ਜਿਹੜੀਆਂ ਹਿਰਦੇ ਵਿਦਿਕ ਦੇ ਦੁਖਦਾਈ ਘਟਨਾਵਾਂ ਸਾਹਮਣੇ ਆਉਂਦੀਆਂ ਕਿ ਕਈ ਲੋਕਾਂ ਦੇ ਝੁਲਸ ਜਾਣ ਦਾ ਜਿਹੜਾ ਹੈਗਾ ਘਟਨਾਵਾਂ ਸਾਹਮਣੇ ਆਈਆਂ। ਹੁਣ ਵੀ ਬਟਾਲਾ ਸ਼ਹਿਰ ਦੇ ਨਾਲ ਬਰਕੀਵਾਲਾ ਪਿੰਡ ਦੇ ਵਿੱਚ ਇੱਕ ਸਕੂਲੀ ਵੈਨ ਅੱਗ ਦੀ ਲਪੇਟ 'ਚ ਆਉਣ ਦੇ ਨਾਲ 6 ਬੱਚੇ ਝੁਲਸ ਗਏ ਸੀਗੇ। ਇਹ ਘੱਟੋ ਘੱਟ ਜਿੰਨੇ ਬੱਚੇ ਉਹ 'ਚ 42 ਬੱਚੇ ਸਵਾਰ ਸੀਗੇ। ਬੜੇ ਵੱਡੇ ਹਾਦਸੇ ਨੂੰ ਇਹ ਜਿਹੜਾ ਸੀਗਾ ਅੰਜਾਮ ਹੋ ਸਕਦਾ ਸੀ, ਲੇਕਿਨ ਬਚਾਅ ਹੋ ਗਿਆ। ਸੋ ਅੱਜ ਅਸੀਂ ਜਿਹੜਾ ਮੇਨ ਤੌਰ ਤੇ ਗੱਲ ਸਾਂਝੀ ਕਰਾਂਗੇ ਕਿ ਕਦੋਂ ਤੋਂ ਆਖਰਕਾਰ ਇਹ ਗੱਲ ਜਿਹੜੇ ਇਨੀਸ਼ੀਏਟਿਵ ਜਿਹੜੇ ਯਤਨ ਜਿਹੜੇ ਸ਼ੁਰੂ ਹੋਏ ਆ ਕਿ ਆਖਰਕਾਰ ਇਸ ਵਰਤਾਰੇ ਨੂੰ ਰੋਕਿਆ ਜਾਵੇ। ਕੀ ਕੀਤਾ ਗਿਆ, ਕੀ ਨਹੀਂ ਕੀਤਾ ਗਿਆ, ਕਿਸਾਨਾਂ ਨੂੰ ਕਿੱਥੇ ਨਹੀਂ ਸਮਝਿਆ ਗਿਆ, ਤੇ ਇਹ ਮਸਲਾ ਰੁਕ ਕਿਉਂ ਨਹੀਂ ਰਿਹਾ? ਮੈਂ ਜੇ ਗੱਲ ਕਰਾਂ ਭਾਰਤ ਦੀ, ਤੇ ਭਾਰਤ ਦੇ ਇੰਡੀਅਨ ਪੈਨਲ ਕੋਡ 188 ਸੈਕਸ਼ਨ ਦੇ ਵਿੱਚ 1981 ਦੇ ਵਿੱਚ ਇਹ ਗੱਲ ਦਰਜ ਕੀਤੀ ਗਈ ਸੀ ਕਿ ਏਅਰ ਐਂਡ ਪੋਲਿਊਸ਼ਨ ਕੰਟਰੋਲ ਐਕਟ ਦੇ ਤਹਿਤ 1981 ਦੇ ਤਹਿਤ ਇਹ ਗੱਲ ਦੀ ਮਨਾਹੀ ਕੀਤੀ ਗਈ ਕਿ ਹੁਣ ਜਿਹੜਾ ਫਸਲਾਂ ਦੇ ਰਮੇਨ ਜਿਹੜੇ ਹੈਗੇ ਆ, ਰੈਸਟ ਹੈਗੇ ਆ, ਨਾੜ, ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਹੋਰ ਵੀ ਜਿਹੜੀਆਂ ਗੈਰ ਜ਼ਰੂਰੀ ਅੱਗਾਂ ਵਾ ਉਹ ਨਾ ਲਗਾਈਆਂ ਜਾਣ, ਤਾਂ ਜੋ ਦੇਸ਼ ਪੰਜਾਬ ਦੀ ਹਰਿਆਲੀ ਜਿਹੜੀ ਆ ਉਹਨੂੰ ਬਚਾਇਆ ਜਾ ਸਕੇ। ਲੇਕਿਨ ਇੱਦਾਂ ਨਹੀਂ ਹੋਇਆ। ਉਸ ਸਮੇਂ ਤੋਂ ਦਰਮਿਆਨ ਲਗਾਤਾਰ ਇਹ ਅੱਗਾਂ ਲੱਗਣੀਆਂ ਜਾਰੀ ਰਹੀਆਂ, ਨੁਕਸਾਨ ਵੀ ਜਾਰੀ ਰਿਹਾ। ਸੋ ਅੱਗੇ ਮੈਂ ਗੱਲ ਕਰਾਂ ਤੇ ਜਦੋਂ ਇਹ ਵਰਤਾਰਾ ਲਗਾਤਾਰ ਜਾਰੀ ਰਿਹਾ ਤੇ ਦਸੰਬਰ 2015 ਦੇ ਵਿੱਚ ਬਕਾਇਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ NG ਜਿਹੜਾ ਹੈਗਾ ਆ, ਉਹਦੇ ਵੱਲੋਂ ਸਟੱਡੀ ਕੀਤਾ ਗਿਆ। ਓਵਰਆਲ ਬਹੁਤ ਸਾਰੀਆਂ ਰਿਕਮੈਂਡੇਸ਼ਨ ਦਿੱਤੀਆਂ ਗਈਆਂ ਤੇ ਆਖਰਕਾਰ ਇਸ ਮਾਮਲੇ ਦੇ ਉੱਪਰ ਸਖਤੀ ਕੀਤੀ ਗਈ। ਤੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼,
ਇਹਨੂੰ ਰੈੱਡ ਜ਼ੋਨ ਐਲਾਨਿਆ ਗਿਆ ਕਿ ਇਸ ਜ਼ੋਨ ਦੇ ਵਿੱਚ ਕੋਈ ਵੀ ਕਿਸਾਨ ਆਪਣੀ ਫਸਲ ਦੇ ਨਾੜ ਨੂੰ ਜਾਂ ਵਾਧੂ ਜਿਹੜਾ ਪਰਾਲ ਹੈਗਾ ਉਹਨੂੰ ਅੱਗ ਨਹੀਂ ਲਗਾ ਸਕੇਗਾ। ਲੇਕਿਨ ਇਹ ਵਰਤਾਰਾ ਨਹੀਂ ਰੋਕ ਸਕਿਆ। ਇਹ ਬੈਨ ਲਗਾਉਣ ਤੋਂ ਬਾਅਦ ਵੀ ਇਹ ਲਗਾਤਾਰ ਜਾਰੀ ਰਿਹਾ। ਇਸ ਤੋਂ ਬਾਅਦ MC ਮਹਿਤਾ ਬਨਾਮ ਯੂਨੀਅਨ ਇੰਡੀਆ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਬਕਾਇਦਾ ਆਦੇਸ਼ ਜਾਰੀ ਕੀਤਾ, ਖਾਸ ਕਰਕੇ 4 ਰਾਜਾਂ ਵਾਸਤੇ, ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਵਾਸਤੇ, ਕਿ ਇੱਥੋਂ ਦੇ ਕਿਸਾਨਾਂ ਨੂੰ ਇਹ ਰੈਗੂਲੇਟ ਕੀਤਾ ਜਾਵੇ ਕਿ ਉਹ ਆਪਣੀਆਂ ਫਸਲਾਂ ਨੂੰ ਅੱਗ ਨਾ ਲਗਾਉਣ। ਲੇਕਿਨ ਹੋਇਆ ਕਿ ਇਸ ਚੀਜ਼ ਦਾ ਅਸਰ ਨਹੀਂ ਹੋ ਪਾਇਆ, ਕਿਉਂਕਿ ਕਿੱਥੇ ਕਿਸਾਨਾਂ ਦੀ ਮਜਬੂਰੀ ਸੀ ਜਾਂ ਕਿਸਾਨਾਂ ਦੀ ਅਗਿਆਨਤਾ ਸੀ। ਇਹ ਦੋ ਪੱਖ ਹੈਗੇ ਕਿਸਾਨਾਂ ਦੇ। ਇੱਕ ਪੂਰੀ ਤਰ੍ਹਾਂ ਉਹਨਾਂ ਨੂੰ ਜਾਗਰਤ ਨਾ ਕਰ ਪਾਉਣਾ, ਦੂਜਾ ਉਹਨਾਂ ਦੀ ਆਰਥਿਕ ਮਜਬੂਰੀ। ਜਿਹੜਾ ਆਰਥਿਕ ਮਜਬੂਰੀ ਹੈਗਾ ਬਹੁਤ ਵੱਡਾ ਪੱਖ ਹੈ। ਅਸੀਂ ਵੀ ਕਿਸਾਨਾਂ ਦੇ ਬੇਟੇ ਹੈਗੇ ਆ, ਅਸੀਂ ਖੁਦ ਇਸ ਗੱਲ ਦੇ ਵਿੱਚ ਇਨਵੋਲਵ ਰਹੇ ਹਾਂ ਕਿ ਕਿੱਦਾਂ ਕਿਸਾਨ ਨੂੰ ਜਿਹੜਾ ਹੈਗਾ ਉਹਦੀ ਆਰਥਿਕ ਸੀਮਾਵਾਂ ਕੀ ਹੈਗੀਆਂ ਨੇ। ਸੋ ਇਹ ਮੈਂ ਅੱਗੇ ਜਾ ਕੇ ਗੱਲ ਕਰੂੰਗਾ। ਪਹਿਲਾਂ ਮੈਂ ਕੰਪਲੀਟ ਰੂਪ ਵਿੱਚ ਇਹ ਗੱਲ ਕਰੂੰਗਾ ਕਿ ਹੁਣ ਤੱਕ ਸਰਕਾਰਾਂ ਕੀ ਕਰਨ ਦਾ ਯਤਨ ਕਰਦੀਆਂ ਰਹੀਆਂ ਨੇ। ਸੋ ਕੁੱਲ ਮਿਲਾ ਕੇ ਜੇ ਗੱਲ ਕਰਾਂ ਕਿ ਜਦੋਂ ਇਹ ਮਾਮਲਾ ਹੋਰ ਸੀਰੀਅਸ ਹੁੰਦਾ ਗਿਆ, ਇਹਦੇ ਵਿੱਚ ਜਿਹੜੀਆਂ ਸਥਾਨਕ ਅਲੱਗ-ਅਲੱਗ ਡਿਪਾਰਟਮੈਂਟਾਂ ਦੀਆਂ ਬਾਡੀਆਂ ਸੀਗੀਆਂ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ, ਉਹਨਾਂ ਨੂੰ ਰਿਸਪੌਂਸੀਬਲ ਬਣਾਇਆ ਗਿਆ। ਈਵਨ ਜਦੋਂ ਗੱਲ ਹੋਰ ਵੀ ਗੰਭੀਰ ਹੋਈ ਤੇ ਇਹਦੇ ਵਿੱਚ ਜਿਹੜੀ ਸਥਾਨਕ ਪੁਲਿਸ ਪ੍ਰਸ਼ਾਸਨ, ਸਟੇਟ ਦੀਆਂ ਸਰਕਾਰਾਂ, ਜਿਹੜੇ ਲੋਕਲ ਬਾਡੀਜ਼ ਦੇ ਵਿੱਚ ਪੰਚਾਇਤਾਂ ਆ ਜਾਂਦੀਆਂ ਹੈਗੀਆਂ, ਨਗਰ ਕੌਂਸਲਾਂ ਆ ਜਾਂਦੀਆਂ, ਉਹਨਾਂ ਦੇ ਮੁਖੀ, ਸਰਪੰਚ, ਕੌਂਸਲਰ, ਇਹਨਾਂ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਕਿ ਜੇ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰਦੀ ਆ ਤੇ ਉਹ ਜ਼ਿੰਮੇਵਾਰ ਹੋਣਗੇ। ਕਿਸੇ ਨਾ ਕਿਸੇ ਪੰਚਾਇਤਾਂ ਦੇ ਨੂੰ ਵੀ ਇਹ ਜੁਰਮਾਨੇ ਦੀ ਗੱਲ ਕੀਤੀ ਗਈ, ਲੇਕਿਨ ਇਹ ਸਿਲਸਿਲਾ ਫਿਰ ਨਹੀਂ ਰੁਕ ਪਾਇਆ। ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਆਖਰਕਾਰ ਜਿਹੜੀ ਕੇਂਦਰ ਸਰਕਾਰ ਸੀਗੇ ਉਹਨਾਂ ਵੱਲੋਂ ਬਕਾਇਦਾ ਪਾਰਲੀਮੈਂਟ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਸੀ, ਜਿਹੜਾ ਬੜਾ ਗੈਰ ਵਾਜਬ ਸੀਗਾ। ਜੇ ਮੈਂ ਕਹਾਂ ਕਿ ਕਿਸਾਨਾਂ ਦੇ ਵਾਸਤੇ 1 ਕਰੋੜ ਦਾ ਫਾਈਨ ਤੇ 5 ਸਾਲ ਦੀ ਸਜ਼ਾ ਉਹਨਾਂ ਕਿਸਾਨਾਂ ਵਾਸਤੇ ਰੱਖੀ ਗਈ ਜੋ ਅੱਗ ਲਗਾਉਣਗੇ ਆਪਣੀਆਂ ਫਸਲਾਂ ਦੇ ਨਾੜ ਨੂੰ। ਇਹਦਾ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ, ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਸਾਡੀਆਂ ਸਮੱਸਿਆਵਾਂ ਨੂੰ ਨਹੀਂ ਸੁਣਿਆ ਗਿਆ। ਸੋ ਅਸੀਂ ਸਾਡੇ ਜਿਹੜਾ ਪੱਖ ਨੂੰ ਨਹੀਂ ਸੁਣਿਆ ਗਿਆ, ਸਾਡੇ ਪੱਖ ਨੂੰ ਸੁਣੇ ਬਗੈਰ ਇਹ ਜਿਹੜਾ ਕਾਨੂੰਨ ਆ ਲਿਆਂਦਾ ਗਿਆ ਕੇਂਦਰ ਸਰਕਾਰ ਵੱਲੋਂ। ਉਸ ਟਾਈਮ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ। ਸੋ ਕਿਸਾਨੀ ਸੰਘਰਸ਼ ਦੇ ਵਿੱਚ ਇਸ ਕਾਨੂੰਨ ਨੂੰ ਰੱਦ ਕਰਾਉਣ ਦੇ ਲਈ ਪਹਿਲ ਦੇ ਆਧਾਰ ਤੇ ਇਹਨੂੰ ਰੱਖਿਆ ਗਿਆ ਤੇ ਕੇਂਦਰ ਸਰਕਾਰ ਜਿਹੜੀ ਦਬਾਅ ਦੇ ਵਿੱਚ ਆਉਣ ਤੋਂ ਬਾਅਦ ਇਸ ਕਾਨੂੰਨ ਨੂੰ ਵਾਪਸ ਲੈ ਲਿਆ ਗਿਆ, ਰੋਕ ਲਗਾ ਦਿੱਤੀ ਗਈ। ਜੇ ਮੈਂ ਇਹ ਗੱਲ ਕਰਾਂ ਕਿ ਹੁਣ ਕਿਸਾਨਾਂ ਦਾ ਇਹ ਪੱਖ ਕੀ ਆ, ਕੀ ਕਿਸਾਨ ਨਹੀਂ ਚਾਹੁੰਦੇ ਹੈਗੇ ਕਿ ਇਹ ਵਰਤਾਰਾ ਰੁਕੇ? ਬਹੁਤ ਸਾਰੇ ਇਹ ਸਟੱਡੀ ਆਈਆਂ ਹੈਗੀਆਂ ਕਿ ਕਿਸਾਨਾਂ ਨੇ ਆਪਣਾ ਪੱਖ ਦੱਸਦਿਆਂ ਇਹ ਗੱਲ ਕਹੀ ਹੈਗੀ ਆ ਕਿ ਅਸੀਂ ਖੁਦ ਚਾਹੁੰਦੇ ਹੈਗੇ ਆ ਕਿ ਜਿਹੜੀ ਪਰਾਲੀ ਹੈਗੀ ਆ ਜਾਂ ਨਾੜ ਹੈਗਾ ਆ ਉਹਨੂੰ ਯੂਟੀਲਾਈਜ਼ ਕੀਤਾ ਜਾਵੇ, ਸਾਨੂੰ ਉਹਦਾ ਕੋਈ ਖਜ਼ਾਨਾ ਮਿਲੇ ਜਾਂ ਸਬਸਿਡੀ ਮਿਲੇ ਤਾਂ ਅਸੀਂ ਉਹਨੂੰ ਇਹ ਵਰਤਾਰੇ ਤੋਂ ਖਹਿੜਾ ਛੁਡਾਈਏ ਜਿਹੜਾ ਅੱਗ ਲਗਾਉਣ ਦਾ ਹੈਗਾ, ਕਿਉਂਕਿ ਅਰਲੀ ਸੋਲੂਸ਼ਨ ਹੈਗਾ ਲੇਕਿਨ ਬੜਾ ਘਾਤਕ ਹੈਗਾ ਆ। ਉਹਦੇ ਵਾਸਤੇ ਜਿਹੜੇ ਸਾਡੇ ਵੱਲੋਂ ਕੀ ਪੁਆਇੰਟ ਹੈਗੇ ਆ ਉਹ ਇਹੀ ਹੈਗੀ ਸੀਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਕਿਉਂਕਿ ਐਵਰੇਜ ਜੇ ਮੈਂ ਗੱਲ ਕਰਾਂ ਤੇ ਕਿਸਾਨਾਂ ਵੱਲੋਂ ਜਿਹੜਾ ਲਗਾਤਾਰ ਜਿਹੜੀ ਇਹ ਅੱਗ ਲਗਾਈ ਜਾਂਦੀ ਆ, ਇੱਕ ਐਵਰੇਜ 35 ਮਿਲੀਅਨ ਟਨ ਜਿਹੜਾ ਅਕਤੂਬਰ ਤੇ ਨਵੰਬਰ ਦੇ ਵਿੱਚ, ਸਤੰਬਰ ਤੇ ਅਕਤੂਬਰ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਜਿਹੜੀ ਅੱਗ ਲਗਾਈ ਜਾਂਦੀ ਆ, 35 ਮਿਲੀਅਨ ਟਨ ਜਿਹੜਾ ਹੈਗਾ ਉਹ ਰੈਸਟ ਹੈਗਾ ਉਹਨੂੰ ਸਾੜਿਆ ਜਾਂਦਾ ਆ। ਸੋ ਉਹਨਾਂ ਦਾ ਯੂਟੀਲਾਈਜੇਸ਼ਨ ਕਿੱਦਾਂ ਹੋਣਾ ਚਾਹੀਦਾ ਆ? ਜਿਹੜੀ ਮਸ਼ੀਨਰੀ ਹੈਗੀ ਆ ਸਾਡੀ, ਜੇ ਕੰਪੈਰੇਟਿਵਲੀ ਮੈਂ ਕੈਨੇਡਾ ਦੇ ਕੰਪੈਰੇਟਿਵਲੀ ਗੱਲ ਕਰਾਂ ਤੇ ਕੈਨੇਡਾ ਦੇ ਵਿੱਚ ਜਿਹੜੇ ਵੈਸਟ ਕੰਟਰੀ ਹੈਗੇ ਆ ਉਹਨਾਂ ਵੱਲੋਂ ਲਗਾਤਾਰ ਜਿਹੜੀ ਮਸ਼ੀਨਰੀ ਹੈਗੀ ਆ ਯੂਜ਼ ਕੀਤੀ ਜਾ ਰਹੀ ਆ, ਟੋਟਲੀ ਡਿਫਰੈਂਟ ਹੈਗੀ ਆ। ਮੈਂ ਖੁਦ ਦੇਖਿਆ ਖੇਤਾਂ ਦੇ ਵਿੱਚ ਜਾ ਕੇ, ਜਿਹੜੀ ਉੱਥੋਂ ਦੀਆਂ ਕੰਬਾਈਨਾਂ, ਐਡਵਾਂਸ ਕੰਬਾਈਨਾਂ ਹੈਗੀਆਂ ਨੇ, ਉਹ ਜਿਹੜਾ ਇੱਦਾਂ ਰਮੇਨ ਫਸਲਾਂ ਦਾ ਨਹੀਂ ਛੱਡਦੀਆਂ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹੈ। ਸੋ ਇਹਨਾਂ ਜਿਹੜੀ ਮਸ਼ੀਨਰੀ ਜਾਂ ਇੱਥੇ ਵੱਡੇ ਵੱਡੇ ਰੋਲ ਬਣਾਉਣ ਵਾਸਤੇ ਮਸ਼ੀਨਾਂ ਹੈਗੀਆਂ, ਜਿਹੜੀਆਂ ਵੱਡੇ ਵੱਡੇ ਰੋਲ ਜਿਹੜੇ ਆ ਉਹ ਰਮੇਨ ਦੇ ਬਣਾਉਂਦੀਆਂ ਹੈਗੀਆਂ ਤੇ ਬਕਾਇਦਾ ਵਿੱਚ ਉਹਨਾਂ ਨੂੰ ਬਕਾਇਦਾ ਫਾਰਮਰ ਜਿਹੜੇ ਹੈਗੇ ਆ ਉਹਦੇ ਵਿੱਚ ਜਿਹੜੇ ਡੇਅਰੀ ਫਾਰਮ ਹੈਗੇ ਆ ਉੱਥੇ ਜਾ ਕੇ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾਂਦਾ ਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜਾ ਉਹ ਇਕੱਠਾ ਕੀਤਾ ਸਟੋਰੇਜ ਹੁੰਦੀ ਆ ਉਹਨੂੰ ਬਾਇਓਗੈਸ ਲਈ ਵੀ ਵਰਤਿਆ ਜਾਂਦਾ। ਇੱਥੇ ਟੈਕਨੀਕਸ ਜਿਹੜੀਆਂ ਬਹੁਤ ਐਡਵਾਂਸ ਹੈਗੀਆਂ। ਸੋ ਮੈਂ ਇਹ ਗੱਲ ਨਹੀਂ ਕਹੂੰਗਾ ਕਿ ਇਹਦੀ ਚਰਚਾ ਇੰਡੀਆ 'ਚ ਨਹੀਂ ਹੋਈ, ਇੰਡੀਆ ਦੇ ਵਿੱਚ ਬੜੀ ਵੱਡੀ ਪੱਧਰ 'ਤੇ ਇਹਦੀ ਚਰਚਾ ਹੋਈ ਆ ਕਿ ਜਿਹੜੀਆਂ ਮਸ਼ੀਨਰੀ ਹੈਗੀ ਆ ਉਹਨੂੰ ਐਡਵਾਂਸ ਕੀਤਾ ਜਾਵੇ ਤਾਂ ਜੋ ਉਹ ਰਮੇਨ ਜਿਹੜਾ ਉਹ ਰਵੇ ਨਾ, ਭਾਵ ਕਿਸਾਨਾਂ ਲਈ ਉਹ ਸਮੱਸਿਆ ਨਾ ਆਵੇ। ਸੋ ਉਹਦੇ ਉੱਪਰ ਜਿਹੜੀ ਮਸ਼ੀਨਰੀ ਹੈਗੀ ਕਾਫੀ ਮਹਿੰਗੀ ਹੈਗੀ ਆ
ਜਿਹੜੀਆਂ ਕਿਸਾਨਾਂ ਜਿਹੜੀਆਂ ਕੰਬਾਈਨਾਂ ਹੈਗੀਆਂ ਆ ਹੁਣ ਇੰਡੀਆ ਦੇ ਵਿੱਚ ਆਈਆਂ ਹੈਗੀਆਂ ਨੇ ਉਹ, ਲੇਕਿਨ ਉਹਨਾਂ ਦੇ ਉੱਪਰ ਜਿਹੜੀਆਂ ਮੌਜੂਦਾ ਕੰਬਾਈਨਾਂ ਚੱਲ ਰਹੀਆਂ ਆ ਉਹਨਾਂ ਦਾ ਕੀ ਕੀਤਾ ਜਾਵੇ। ਏਡੀ ਵੱਡੀ ਕੈਪੈਸਿਟੀ ਕੰਬਾਈਨ ਮਾਲਕਾਂ ਕੋਲ ਨਹੀਂ ਹੈਗੀ ਕਿ ਉਹ ਜਿਹੜੀਆਂ ਕੰਬਾਈਨਾਂ ਉਹਨਾਂ ਨੂੰ ਵਾਪਸ ਕਰਕੇ ਨਵੀਆਂ ਲੈ ਕੇ ਆਉਣ। ਉਹਨਾਂ ਦੇ ਉੱਪਰ ਔਜ਼ਾਰ ਲਾਉਣ ਵਾਸਤੇ ਉੱਦਾਂ ਦਾ ਉਹਨਾਂ ਨੇ ਬਕਾਇਦਾ ਉਹ ਵੀ ਸਬਸਿਡੀ ਦੀ ਮੰਗ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਹੀ ਇੱਕ ਕਿਸਾਨ ਜਿਹੜਾ ਹੈਗਾ ਵਾ ਉਹ ਰੀਫਰ ਵੀ ਯੂਜ਼ ਕਰ ਸਕਦਾ ਵਾ, ਭਾਵ ਉਸ ਨਾੜਕੇ ਦੀ ਕਟਾਈ ਕਰ ਸਕਦਾ ਆ। ਲੇਕਿਨ ਇੱਕ ਛੋਟੇ ਕਿਸਾਨ ਵਾਸਤੇ ਜਿਹੜਾ ਪਹਿਲਾਂ ਹੀ ਘਾਟੇ 'ਚ ਚੱਲ ਰਿਹਾ ਆ ਉਹਦੇ ਵਾਸਤੇ ਇਹ ਪੋਸੀਬਲ ਨਹੀਂ ਹੈਗਾ ਕਿ ਇੰਨੀ ਲੇਬਰ ਲਗਾ ਕੇ ਉਹ ਫਸਲਾਂ ਦੇ ਵਿੱਚੋਂ ਜਿੰਨਾ ਰਮੇਨ ਹੈਗਾ ਉਹਨੂੰ ਇਕੱਠਾ ਕੀਤਾ ਜਾਵੇ, ਫਿਰ ਉਹਦੀ ਸਟੋਰੇਜ ਕੀਤੀ ਜਾਵੇ, ਕਿਉਂਕਿ ਉਹਦੇ ਉੱਪਰ ਬੜਾ ਵੱਡਾ ਖਰਚਾ ਜਿਹੜਾ ਆਉਂਦਾ ਹੈਗਾ ਆ। ਸੋ ਕਿਤੇ ਨਾ ਕਿਤੇ ਗ੍ਰੀਨ ਟ੍ਰਿਬਿਊਨਲ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉੱਤੇ ਇਹ ਗੱਲ ਚੱਲੀ ਸੀ ਕਿ ਪ੍ਰਤੀ 1 ਕੁਇੰਟਲ 100 ਰੁਪਇਆ ਕਿਸਾਨ ਨੂੰ ਦਿੱਤਾ ਜਾਵੇ, 2000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਇਹਦੇ ਵਾਸਤੇ ਦਿੱਤਾ ਜਾਵੇ ਕਿ ਉਹ ਆਪਣੇ ਫਸਲਾਂ ਦੇ ਜਿਹੜੇ ਰਮੇਨ ਉਹਨੂੰ ਅੱਗ ਨਾ ਲਗਾਵੇ ਅਤੇ ਉਹਦਾ ਕੁਛ ਨਾ ਕੁਛ ਉਹਦਾ ਸਟੋਰੇਜ ਕਰੇ ਜਾਂ ਉਹਨੂੰ ਇਕੱਠਾ ਕਰੇ, ਪਰ ਅੱਗ ਨਾ ਲਗਾਵੇ। ਲੇਕਿਨ ਉਹਨੂੰ ਇੰਪਲੀਮੈਂਟ ਜਿਹੜੀਆਂ ਰਾਜ ਸਰਕਾਰਾਂ ਆ ਜਿਹੜੀਆਂ ਪਹਿਲਾਂ ਭੁੱਖਮਰੀ ਦਾ ਸ਼ਿਕਾਰ ਹੈਗੀਆਂ ਨੇ, ਖਾਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਜਿਨ੍ਹਾਂ ਦੇ ਖਜ਼ਾਨੇ ਦੇ ਵਿੱਚ ਪਹਿਲਾਂ ਹੀ ਕੰਗਾਲੀ ਪਈ ਹੋਈ ਆ, ਉਹਨਾਂ ਵਾਸਤੇ ਇਹ ਪੋਸੀਬਲ ਨਹੀਂ ਸੀਗਾ ਕਿ 2000 ਐਕਸਟਰਾ ਪ੍ਰਤੀ ਕਿਸਾਨ ਉਹ ਦੇ ਪਾਉਂਦੀਆਂ। ਸੋ ਕਿਤੇ ਨਾ ਕਿਤੇ ਜਿਹੜੇ ਮਾਹਰ ਹੈਗੇ ਆ ਜਾਂ ਸਰਕਾਰਾਂ ਹੈਗੀਆਂ ਨੇ, ਬਜਾਏ ਕਿ ਉਹ ਅਸਲੀ ਸੋਲੂਸ਼ਨ ਵੱਲ ਜਾਣ ਕਿ ਉਹ ਕਿਸਾਨਾਂ ਨੂੰ ਉਹਦੇ ਇਵਜ਼ ਦੇ ਵਿੱਚ ਬਕਾਇਦਾ ਅਦਾਇਗੀ ਕਰਨ, ਕੋਈ ਬੋਨਸ ਦੇਣ ਤਾਂ ਜੋ ਅੱਗ ਨਾ ਲਗਾਉਣ, ਉਧਰ ਪਾਸੇ ਜਾਣ ਦੀ ਬਜਾਏ ਲਗਾਤਾਰ ਇੱਕ ਢੰਡੋਰਾ ਪਿੱਟਣ ਵਾਲੀ ਗੱਲ ਹੋ ਜਾਂਦੀ ਆ ਕਿਸਾਨਾਂ ਨੂੰ ਹਰ ਸਾਲ ਕਿ ਤੁਸੀਂ ਫਸਲਾਂ ਨੂੰ ਅੱਗ ਜਿਹੜਾ ਫਸਲਾਂ ਦਾ ਨਾੜ ਹੈਗਾ ਵੇਸਟ ਨੂੰ ਅੱਗ ਨਾ ਲਗਾਓ। ਉਹਦਾ ਅਸਰ ਤਾਂ ਹੀ ਨਹੀਂ ਹੋ ਪਾਉਂਦਾ ਕਿਉਂਕਿ ਕਿਸਾਨਾਂ ਦੇ ਵਾਸਤੇ ਉਹ ਗੱਲ ਪੋਸੀਬਲ ਨਹੀਂ ਹੈਗੀ ਕਿ ਇੱਕ ਲੇਬਰ ਦੀ ਕਾਸਟ ਜਿਹੜੀ ਹੈਗੀ ਆ ਪ੍ਰਤੀ ਏਕੜ ਇੱਕ ਮਜ਼ਦੂਰ ਦੀ ਜੇ ਆਪਾਂ ਲਾਈਏ ਤੇ 3 ਮਜ਼ਦੂਰ ਇੱਕ ਖੇਤ ਦੇ ਨਾੜਕੇ ਨੂੰ ਪ੍ਰਤੀ ਦਿਨ ਇਕੱਠਾ ਕਰ ਸਕਦੇ ਆ। ਸੋ ਜਿਹੜਾ ਛੋਟਾ ਕਿਸਾਨ ਹੈਗਾ ਉਹਦੇ ਵਾਸਤੇ ਪੋਸੀਬਲ ਨਹੀਂ ਹੈਗਾ ਕੋਈ ਇਕੱਲਾ ਉਹਨੂੰ ਇਕੱਠਾ ਕਰ ਸਕੇ ਜਾਂ ਸਟੋਰੇਜ ਕਰ ਸਕੇ। ਸੋ ਇਸ ਜਿਹੜਾ ਹੈਗਾ ਸੀ ਇਹਦੇ ਉੱਤੇ ਟੈਕਨੀਕਸ ਵੀ ਕੁਝ ਸਾਂਝੀਆਂ ਕੀਤੀਆਂ ਗਈਆਂ ਨੇ, ਸਮੇਂ-ਸਮੇਂ ਦੇ ਉੱਤੇ ਵਿਗਿਆਨਕ ਤੌਰ ਦੇ ਉੱਤੇ ਸੋਲੂਸ਼ਨ ਕੱਢਣ ਦੀ ਗੱਲ ਕੀਤੀ ਗਈ ਆ ਕਿ ਬਾਇਓਗੈਸ ਇਹਦੀਆਂ ਜਿਹੜੀਆਂ ਹੈਗਾ ਦਾ ਘੋਲ ਬਣਾ ਕੇ ਪਰਾਲ ਦਾ ਬਕਾਇਦਾ ਦੀ ਪ੍ਰੋਸੈਸਿੰਗ ਕਰਕੇ ਇਹਦੇ ਤੋਂ ਬ੍ਰਿਕ ਬਾਇਓਗੈਸ ਬ੍ਰਿਕ ਇੱਟਾਂ ਬਣਾਉਣ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਯੂਟੀਲਾਈਜੇਸ਼ਨ ਕਰਕੇ ਇੱਕ ਅਲਟਰਨੇਟਰ ਫਿਊਲ ਦਾ ਅਲਟਰਨੇਟਰ ਗੱਲ ਕਰਨ ਦੀ ਗੱਲ ਕੀਤੀ ਗਈ ਹੈ ਬਾਇਓਗੈਸ ਦੇ ਤੌਰ ਤੇ, ਜਿਹਦੇ ਤੋਂ 5 ਤੋਂ 10% ਦੀ ਜਿਹੜਾ ਫਿਊਲ ਦੇ ਉੱਤੇ ਡਿਪੈਂਡੈਂਸੀ ਹੈਗੀ ਆ ਜਿਹੜੀ ਸਾਡੀ ਇਕਨੋਮੀ ਦੀ ਉਹ ਘਟੂਗੀ। ਲੇਕਿਨ ਇਹ ਗੱਲਾਂ ਇੰਪਲੀਮੈਂਟ ਕਿੱਦਾਂ ਕੀਤੀਆਂ ਜਾਣ, ਇਹ ਗੱਲਾਂ ਇੰਪਲੀਮੈਂਟ ਕਰਨ ਦੇ ਵਾਸਤੇ ਸਰਕਾਰਾਂ ਦੀ ਇਮਾਨਦਾਰੀ, ਕਮਿਟਮੈਂਟ ਤੇ ਪੈਸਾ, ਖਾਸ ਕਰਕੇ ਜਿਹੜੇ ਹੋਰ ਪਾਸੇ ਪੈਸਾ ਲਗਾਇਆ ਜਾ ਰਿਹਾ ਆ ਜਿੱਥੇ ਜ਼ਰੂਰੀ ਨਹੀਂ ਹੈਗਾ ਉੱਥੋਂ ਕੱਢ ਕੇ ਇਸ ਪਾਸੇ ਪੈਸਾ ਖਰਚਣ ਦੀ ਜ਼ਰੂਰਤ ਹੈਗੀ ਆ। ਮਸ਼ੀਨਰੀ ਦੇ ਉੱਪਰ ਜਿਹੜੇ ਕੰਬਾਈਨ ਮਾਲਕ ਹੈਗੇ ਆ ਉਹਨਾਂ ਨੂੰ ਸਬਸਿਡੀ ਦੇਣ ਦੀ ਜ਼ਰੂਰਤ ਹੈ ਤਾਂ ਜੋ ਉਹ ਆਪਣੇ ਕਿਸਾਨਾਂ ਦੇ ਵਿੱਚ ਉਹ ਜਿਹੜਾ ਕਟਰ ਹੈਗਾ ਉਹ ਲਗਵਾ ਸਕਣ, ਜਿਹੜਾ ਛੋਟਾ ਮੀਨ ਕਰਕੇ ਉਸ ਨੂੰ ਬਕਾਇਦਾ ਉਹ ਖਤਮ ਕਰਦਾ ਹੈਗਾ ਨਾੜਕੇ ਨੂੰ। ਇਹਦੇ ਨਾਲ ਹੀ ਜਿਹੜੇ ਕਿਸਾਨ ਹੈਗੇ ਆ ਜਿਹੜੇ ਇਦਾਂ ਦੇ ਔਜ਼ਾਰ ਲੈਣੇ ਚਾਹੁੰਦੇ ਹੈਗੇ ਆ ਉਹਨਾਂ ਨੂੰ ਕੁਝ ਸਬਸਿਡੀ ਦਿੱਤੀ ਜਾਵੇ ਉਤਸ਼ਾਹਿਤ ਕਰਨ ਵਾਸਤੇ, ਤਾਂ ਜੋ ਹਰ ਕਿਸਾਨ ਕੋਲ ਉਹ ਰੀਫਰ ਹੋਵੇ ਜਾਂ ਉਹਨੂੰ ਇਕੱਠਾ ਕਰਨ ਦੀ ਸਟੋਰੇਜ ਕਰਨ ਵਾਸਤੇ ਮਸ਼ੀਨਾਂ ਹੈਗੀਆਂ ਬਾਹਰ ਵੈਸਟ ਕੰਟਰੀ ਵਿੱਚੋਂ ਉਹਨਾਂ ਨੂੰ ਇੰਪੋਰਟ ਕੀਤਾ ਜਾ ਸਕਦਾ। ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ ਉਹਨਾਂ ਦੇ ਵਿੱਚ ਉਹ ਮਸ਼ੀਨਾਂ ਰੱਖੀਆਂ ਜਾ ਸਕਦੀਆਂ ਆ। ਉਹ ਮਸ਼ੀਨਾਂ ਜਿਹੜੇ ਹੈਗੇ ਮਸ਼ੀਨਾਂ ਦੇ ਨਾਲ ਫਿਰ ਉਹ ਜਿਹੜਾ ਪਰਾਲ ਹੈਗਾ ਜਾਂ ਨਾੜ ਹੈਗਾ ਉਹਨੂੰ ਇਕੱਠਾ ਕੀਤਾ ਜਾ ਸਕਦਾ। ਉਹਦੇ ਵਿੱਚ ਮੈਨੂਅਲ ਜਿਹੜੀ ਲੇਬਰ ਆ ਉਹ ਨਹੀਂ ਚਾਹੀਦੀ। ਸੋ ਪੋਸੀਬਲ ਹੈਗਾ ਛੋਟੇ ਥੋੜੇ ਕਿਰਾਏ ਦੇ ਉੱਪਰ ਕੋਆਪਰੇਟਿਵ ਸੁਸਾਇਟੀਆਂ ਜਿੱਦਾਂ ਪਹਿਲਾਂ ਉੱਥੋਂ ਤਵੇ ਲਏ ਜਾਂਦੇ ਸੀ ਜਾਂ ਹੋਰ ਚੀਜ਼ਾਂ ਲਈ ਜਾਂਦੀਆਂ ਸੀਗੀਆਂ ਔਜ਼ਾਰ, ਇੱਦਾਂ ਹੀ ਕੰਟਰੋਲ ਤਰੀਕੇ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਜੇ ਇਸ ਪ੍ਰੋਸੈਸ ਨੂੰ ਲਾਗੂ ਕੀਤਾ ਜਾਵੇ ਤੇ ਕਿਸਾਨਾਂ ਦੇ ਜਿਹੜਾ ਉਹਨਾਂ ਦੀ ਓਪੀਨੀਅਨ ਬਣਾਉਣੀ ਬਹੁਤ ਜ਼ਰੂਰੀ ਹੈਗੀ ਆ। ਜਿਹੜੀ ਕਾਮਨ ਓਪੀਨੀਅਨ ਕਿਸਾਨਾਂ ਦੇ ਵਿੱਚ ਬਣਾਉਣੀ ਬਹੁਤ ਜ਼ਰੂਰੀ ਆ। ਜਿੰਨਾ ਚਿਰ ਤੱਕ ਕਿਸਾਨਾਂ ਦੀ ਕੰਸੈਂਟ ਓਪੀਨੀਅਨ ਬਣਾਈ ਨਹੀਂ ਜਾਂਦੀ ਇਸ ਫੈਸਲੇ ਨੂੰ ਲਾਗੂ ਕਰਨਾ ਪੋਸੀਬਲ ਨਹੀਂ ਹੈਗਾ। ਚਾਹੇ ਉਹਨਾਂ ਦੇ ਖਿਲਾਫ ਜਿੰਨਾ ਮਰਜ਼ੀ ਤੁਸੀਂ ਕਾਨੂੰਨ ਲੈ ਆਓ, ਉਹਨਾਂ ਨੂੰ ਸਜ਼ਾ ਕਰਨ ਦੀ ਗੱਲ ਕਰੋ, ਲੇਕਿਨ ਇੱਕ ਕਿਸਾਨ ਹੀ ਆਪਣੀ ਮਜਬੂਰੀ ਨੂੰ ਸਮਝਦਾ ਹੈਗਾ ਆ। ਸੋ ਇਹ ਪ੍ਰੋਸੈਸ ਜ਼ਰੂਰ ਰੁਕਣਾ ਚਾਹੀਦਾ, ਲੇਕਿਨ ਮੈਂ ਜਿਹੜੀਆਂ ਸੋਲੂਸ਼ਨ ਦੱਸਦਾ ਪਿਆ ਉਹ ਜ਼ਰੂਰੀ ਹੈਗੇ ਆ ਕਿ ਜਿਹੜੀਆਂ ਸਰਕਾਰਾਂ ਧਨਾੜ ਲੋਕ ਹੈਗੇ ਆ ਉਹ ਇਹ ਗੱਲ ਸਮਝਣ ਕਿ ਕਿਸਾਨ ਦੀ ਕੈਪੈਸਿਟੀ ਇੰਨੀ ਨਹੀਂ ਹੈਗੀ ਕਿ ਜਿਹੜੀ ਉਹਦੀ ਸਟੋਰੇਜ ਹੋਵੇ, ਉਹਦੀ ਰੀਸਾਈਕਲਿੰਗ ਹੋ ਕੇ ਉਹਦੀ ਜਿਹੜੀ ਬਾਇਓਗੈਸ ਹੋਣੀ ਆ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈਗੀ ਆ। ਜੇ ਇਹ ਛੋਟੀਆਂ ਜਿਹੜੇ ਯੂਨਿਟ ਲੱਗਦੇ ਹੈਗੇ ਆ ਪਿੰਡਾਂ ਦੇ ਵਿੱਚ ਉਹਦੀ ਰੀਸਾਈਕਲਿੰਗ ਦੇ ਤਾਂ ਉੱਥੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਤੇ ਬਕਾਇਦਾ ਜਿਹੜਾ ਇੱਕ ਅਲਟਰਨੇਟਿਵ ਬਾਇਓਗੈਸ ਸਾਨੂੰ ਪੈਦਾ ਹੋਏਗੀ, ਖਾਸ ਕਰਕੇ ਪੰਜਾਬ ਦੇ ਵਿੱਚ
ਜਿਹਦੀ ਵਜ੍ਹਾ ਕਰਕੇ ਬਿਜਲੀ ਪੈਦਾ ਕਰਨ ਦੀਆਂ ਗੱਲਾਂ ਜਿਹੜੀਆਂ ਇਨਵੈਸਟਮੈਂਟ ਜਿਹੜੀ ਆ ਇਨਵੈਂਸ਼ਨ ਹੋ ਸਕਦੀਆਂ ਹੈਗੀਆਂ ਜੇ ਇੱਥੋਂ ਟੈਕਨੀਕ ਬਾਹਰਲੇ ਪੱਛਮੀ ਮੁਲਕਾਂ ਤੋਂ ਲਈ ਜਾਂਦੀ ਆ, ਕਿਉਂਕਿ ਇੱਥੇ ਕਿਤੇ ਵੀ ਅੱਗ ਨਹੀਂ ਲਗਾਈ ਜਾਂਦੀ, ਮਨਾ ਹੈਗਾ ਬਿਲਕੁਲ ਅੱਗ ਲਗਾਉਣੀ। ਲੱਕੜ ਦੇ ਘਰ ਹੈਗੇ ਆ, ਸੋ ਕੋਈ ਵੀ ਕਿਸਾਨ ਆਪਣੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਉਂਦਾ, ਕਿਉਂਕਿ ਇੱਥੇ ਫਾਰਮਰ ਵੱਡੇ ਹੈਗੇ ਆ, 500 ਤੋਂ ਲੈ ਕੇ 1000 ਏਕੜ ਦੇ ਜਿਹੜੇ ਉਹਨਾਂ ਦੇ ਫਾਰਮ ਹੁੰਦੇ ਆ। ਸੋ ਉਹਨਾਂ ਕੋਲ ਸਾਰੀਆਂ ਇਕਵਿਪਮੈਂਟ ਮੌਜੂਦ ਹੁੰਦੀਆਂ ਨੇ, ਕੰਬਾਈਨਾਂ ਵੀ ਉਹਨੇ ਨਵੀਂ ਟੈਕਨੀਕ ਦੀਆਂ ਨੇ। ਇਸ ਤੋਂ ਇਲਾਵਾ ਜਿਹੜਾ ਰੋਲਰ ਇਕੱਠਾ ਕਰਦਾ ਹੈਗਾ, ਵੱਡੇ ਜਿਹੜੇ ਇੱਕ ਰੋਲ ਬਣਾਉਂਦਾ ਹੈਗਾ, ਮੈਂ ਉਹਨਾਂ ਦੀਆਂ ਫੋਟੋਆਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਉਹਦੇ ਲਈ ਵੀ ਬਕਾਇਦਾ ਟੈਕਨੀਕ ਉਹਨਾਂ ਕੋਲ ਮੌਜੂਦ ਹੈਗੀ ਆ। ਸਟੋਰੇਜ ਵਾਸਤੇ ਬਕਾਇਦਾ ਉਹਨਾਂ ਕੋਲ ਜਗ੍ਹਾ ਹੈਗੀ ਆ। ਡੇਅਰੀ ਫਾਰਮਿੰਗ ਹੈਗੇ ਆ ਜਿਹਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਹੈਗਾ, ਬਕਾਇਦਾ ਕਿਸਾਨ ਜਿਹੜਾ ਆਪਣਾ ਪੈਸੇ ਕਮਾਉਂਦਾ ਆ। ਸੋ ਪੰਜਾਬ ਦੇ ਕਿਸਾਨ ਵਾਸਤੇ ਜਿੰਨਾ ਚਿਰ ਭਾਰਤ ਦੇ ਕਿਸਾਨ ਵਾਸਤੇ ਇਹ ਅਲਟਰਨੇਟ ਨਹੀਂ ਦਿੱਤੇ ਜਾਂਦੇ, ਸਰਕਾਰਾਂ ਇਹਦੇ ਵਿੱਚ ਪ੍ਰੋਪਰ ਇਨਵੈਸਟਮੈਂਟ ਨਹੀਂ ਕਰਦੀਆਂ, ਸੁੱਕੀਆਂ ਸਲਾਹਾਂ ਦੇਣ ਦੇ ਨਾਲ, ਸੁੱਕੀਆਂ ਹਦਾਇਤਾਂ ਕਰਨ ਦੇ ਨਾਲ, ਸੁੱਕੇ ਕੋਡ ਆਰਡਰ ਜਾਰੀ ਕਰਨ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਸਾਡਾ ਇਹ ਮੰਨਣਾ ਹੈਗਾ, ਸਟਰੋਂਗ ਅਸੀਂ ਓਪੀਨੀਅਨ ਇਹ ਕਰਾਂਗੇ, ਜੇ ਕਿਸਾਨਾਂ ਨੂੰ ਇਸ ਜਿਹੜਾ ਸਰਕਲ ਹੈਗਾ ਉਹਦੇ 'ਚੋਂ ਬਾਹਰ ਲੈ ਕੇ ਆਉਣਾ, ਪੰਜਾਬ ਦੀ ਹਰਿਆਲੀ ਨੂੰ ਬਚਾਉਣਾ, ਜੀਵ ਜੰਤੂ ਬਚਾਉਣੇ ਆ, ਤੇ ਵੱਡੇ ਵੱਡੇ ਫੇਸਬੁੱਕਾਂ ਤੇ ਆਰਟੀਕਲ ਲਿਖਣ ਦੀ ਬਜਾਏ ਜਿਹੜੇ ਵਿਦਵਾਨ ਹੈਗੇ ਆ ਉਹ ਸਰਕਾਰ ਦੇ ਐਡਵਾਈਜ਼ਰੀ ਬੋਰਡ ਨੂੰ ਇਹ ਸਲਾਹ ਦੇਣ ਕਿ ਉਹਨਾਂ ਨੂੰ ਬਕਾਇਦਾ ਥੋੜ੍ਹੀ ਇਨਵੈਸਟਮੈਂਟ ਸਬਸਿਡੀ ਇੱਦਾਂ ਦੀਆਂ ਗੱਲਾਂ ਕਰਨੀਆਂ ਪੈਣਗੀਆਂ। ਕੋਆਪਰੇਟ ਸਾਈਡ ਵਿੱਚ ਮਸ਼ੀਨਰੀ ਇੱਦਾਂ ਦੀ ਲਿਆਉਣੀ ਪਊਗੀ, ਜਿਹੜੇ ਥੋੜ੍ਹੇ ਰੈਂਟ ਦੇ ਉੱਪਰ ਛੋਟਾ ਕਿਸਾਨ ਜਿਹੜਾ ਹੈਗਾ ਸਮੇਤ ਟਰੈਕਟਰ ਉਸ ਮਸ਼ੀਨਰੀ ਨੂੰ ਲਿਆ ਕੇ ਆਪਣੇ ਖੇਤਾਂ ਦੇ ਵਿੱਚ ਜਿਹੜਾ ਉਹਦਾ ਸਟੋਰੇਜ ਹੈਗੀ ਆ ਉਹਨਾਂ ਚੀਜ਼ਾਂ ਦੀ ਪੋਸੀਬਲ ਹੋਵੇ ਘੱਟ ਕਾਸਟ ਦੇ ਉੱਪਰ, ਤੇ ਤਾਂ ਹੀ ਇਸ ਵਰਤਾਰੇ ਦੇ ਉੱਪਰ ਰੋਕ ਲਗਾਈ ਜਾ ਸਕਦੀ ਆ। ਸੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਜ਼ਰੂਰ ਸਾਂਝਾ ਕਰਨਾ, ਆਪਣੀ ਰਾਏ ਕਮੈਂਟ ਜ਼ਰੂਰ ਦੇਣੇ ਕਿ ਜਿਹੜੀ ਕੋਈ ਘਾਟ ਰਹਿ ਗਈ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਦੁਬਾਰਾ ਇਹਦੇ ਉੱਤੇ ਵਿਚਾਰ ਕਰਾਂਗੇ। ਸੋ ਫਿਲਹਾਲ ਇੰਨਾ ਹੀ, ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।